ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕਬੀਰ ਜੀਓ ਕਾ। ਏਕ ਸਵਾਨ ਕੈ ਘਰ ਗਾਵਣਾ। जननी जानत सुत बड़ा होत है। इतना को न जाने जे दिन दिन अवध घटत है। जननी जानत सुत बड़ा होत है। इतना को न जाने जे दिन दिन अवध घटत है। मोर मोर कर अधिक लाड तार पेखत ही जमराव हसै। ऐसा तैं जग भरम लाया कैसे बूझै जब मोहया है माया। रहाओ कहत कबीर छोड़ बिखिया रस। इत संगत निहचौ मरना। रमैया जपहो प्राणी अनत जीवन बाणी। इन विध भव सागर तरना। रमैया जपहो प्राणी अनत जीवन बाणी। इन विध भव सागर तरना। जां तिस पावै तां लागै पाओ। परम भुलावा विचों जाए। उपजै सहज ज्ञान मत जागै। गुर प्रसाद अंतर लिव लागै। इत संगत नाही मरना। हुकम पछाण तां खसमै मिलना। रहाउ दूजा इत संगत नाही मरना। हुकम पछाण तां खसमै मिलना। रहाउ दूजा जानी जानत सूत बड़ा होत है। इतना को न जाने जे दिन दिन अवध घटत है। वाहिगुरु जी का खालसा वाहिगुरु जी की फतेह। परम सन्मान योग सतगुरु महाराज दी साजी नवाजी होई। गुरु खालसा साध संगत जीओ। सतगुरु ने अपार बख्शिश की थी। आप संगतां पावन गुरबाणी दी लड़ीवार कथा विचार सरवण कर रहे हो। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਪੰਜ ਸਤਿਗੁਰੂ ਸਾਹਿਬਾਨ ਦੇ ਨਾਲ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਸ਼ਾਮਲ ਹੈ। ਉੱਥੇ ਉਸ ਦੇ ਨਾਲ ਹੋਰ ਹਿੰਦੂ ਤੇ ਮੁਸਲਮ ਭਗਤਾਂ ਮਹਾਂਪੁਰਸ਼ਾਂ ਅਤੇ ਭੱਟਾਂ ਦੀ ਬਾਣੀ ਵੀ ਦਰਜ ਹੋਈ ਹੈ। ਹੁਣ ਸ਼੍ਰੀ ਰਾਗ ਦੇ ਅਖੀਰ ਤੇ ਭਗਤਾਂ ਦੀ ਬਾਣੀ
ਆਰੰਭ ਹੋ ਰਹੀ ਹੈ। ਸਭ ਤੋਂ ਪਹਿਲਾ ਸਵਾਲ ਇਹ ਹੈ, ਭਗਤਾਂ ਦੀ ਬਾਣੀ ਇਸ ਬਾਣੀ ਵਿੱਚ ਕਿਵੇਂ ਸ਼ਾਮਲ ਹੋਈ? ਜਦੋਂ ਆਪਾਂ ਇਹਦੇ ਬਾਰੇ ਵਿਚਾਰ ਕਰਦੇ ਹਾਂ, ਕੁਝ ਵਿਦਵਾਨਾਂ ਦਾ ਇਹ ਖਿਆਲ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਾਂਸ਼ੀ ਵਿੱਚ ਗਏ ਔਰ ਉੱਥੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਆਦਿਕ ਜੋ ਸਵਾਮੀ ਰਾਮਾਨੰਦ ਜੀ ਦੇ ਚੇਲੇ ਸਨ, ਵੈਸ਼ਨਵ ਸੰਪਰਦਾਇ ਨਾਲ ਸੰਬੰਧ ਰੱਖਦੇ ਸਨ, ਇਹਨਾਂ ਸਾਰੇ ਭਗਤਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਲਾਪ ਹੋਇਆ ਹੈ, ਜਿਸ ਦੀ ਪੁਖਤਾ ਗਵਾਹੀ ਇੱਕ ਭਾਈ ਲਹਿਣਾ ਸਿੰਘ ਜੀ ਕਬੀਰ ਪੰਥੀ ਹੋਏ ਹਨ, ਜਿਨ੍ਹਾਂ ਨੇ ਬਾਅਦ ਵਿੱਚ ਅੰਮ੍ਰਿਤ ਛਕ ਕੇ ਗੁਰਸਿੱਖੀ ਧਾਰਨ ਕੀਤੀ, ਸਿੰਘ ਸਜ ਗਏ। ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਕਾਂਸ਼ੀ ਦੇ ਅੰਦਰ ਪੰਚਕੋਸ਼ੀ ਅਸਥਾਨ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਭਗਤ ਕਬੀਰ ਜੀ ਨਾਲ ਮੁਲਾਕਾਤ ਹੋਈ। ਉਹਨਾਂ ਦੇ ਨਾਲ ਕੁਝ ਹੋਰ ਵੀ ਭਗਤ ਮਹਾਂਪੁਰਖ ਸਨ ਔਰ ਉੱਥੇ ਬਾਣੀ ਦਾ ਆਦਾਨ ਤੇ ਪ੍ਰਦਾਨ ਹੋਇਆ ਹੈ। ਭਗਤਾਂ ਨੇ ਆਪਣੀ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਰਪਣ ਕੀਤੀ, ਜਿਹੜੀ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਸੀ। ਉਸ ਨੂੰ ਭਗਤਾਂ ਨੇ ਸਵੀਕਾਰ ਕੀਤਾ। ਇੱਕ ਤਾਂ ਇਹ ਮਤ ਹੈ ਵਿਦਵਾਨਾਂ ਦਾ। ਦੂਸਰਾ, ਸ੍ਰੀ ਗੁਰਪ੍ਰਤਾਪ ਸੂਰਜ ਦੇ ਅਨੁਸਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ੍ਰੀ ਰਾਮਸਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾ ਰਹੇ ਸਨ, ਤਾਂ ਉਸ ਵੇਲੇ ਉਹਨਾਂ ਭਗਤਾਂ ਦੀਆਂ ਆਤਮਾਵਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਈਆਂ ਔਰ ਉਹਨਾਂ ਨੇ ਬੇਨਤੀ ਕੀਤੀ ਕਿ ਐ ਸਤਿਗੁਰੂ ਜੀ, ਸਾਨੂੰ ਪਤਾ ਲੱਗਿਆ ਤੁਸੀਂ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਰਹੇ ਹੋ। ਇਸ ਲਈ ਇਸ ਬਾਣੀ ਦੇ ਵਿੱਚ ਸਾਡੀ ਵੀ ਹਾਜ਼ਰੀ ਲੱਗਣੀ ਚਾਹੀਦੀ ਹੈ। ਹੁਣ ਉਹਨਾਂ ਭਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਭਗਤਾਂ ਦੀ ਬਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਵਾਇਆ ਹੈ। ਉੱਥੇ ਇੱਕ ਸਾਖੀ ਨਾਲ ਹੋਰ ਵੀ ਲਿਖੀ ਮਿਲਦੀ ਹੈ। ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਬਾਣੀ ਲਿਖਵਾਉਣ ਲੱਗੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਈ ਕਿ ਗੁਰੂ ਅਰਜਨ ਦੇਵ ਮਹਾਰਾਜ ਤਾਂ ਜਿਹੜੇ ਗੁਜ਼ਰ ਚੁੱਕੇ ਭਗਤ ਹਨ, ਉਹਨਾਂ ਦੀ ਬਾਣੀ ਨੂੰ ਲਿਖਵਾ ਰਹੇ ਹਨ, ਐਸਾ ਕਿਉਂ ਹੋ ਰਿਹਾ ਹੈ? ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਖਿਆ ਕਿ ਭਾਈ ਸਾਹਿਬ ਜੀ, ਜਿਸ ਸਮੇਂ ਤੇ ਤੁਸੀਂ ਅੱਗੇ ਬਾਣੀ ਲਿਖਣ ਵਾਸਤੇ ਆਉਂਦੇ ਹੋ, ਉਸ ਸਮੇਂ ਤੋਂ ਕੁਝ ਸਮਾਂ ਐਡਵਾਂਸ ਪਹਿਲਾਂ ਆਉਣ ਦੀ ਖੇਚਲ ਕਰਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਜਦੋਂ ਨਿਯਤ ਸਮੇਂ ਤੋਂ ਪਹਿਲਾਂ ਸਤਿਗੁਰੂ ਦੇ ਪਾਸ ਪੁੱਜੇ ਤਾਂ ਕੀ ਵੇਖਿਆ,
ਜਿੰਨੇ ਵੀ ਭਗਤ ਨੇ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ, ਉਹ ਸਾਰੇ ਦੇ ਸਾਰੇ ਭਗਤ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਬੈਠੇ ਹਨ। ਆਪਸ ਵਿੱਚ ਗੁਰਮਤਿ ਵਿਚਾਰਾਂ ਹੋ ਰਹੀਆਂ ਹਨ, ਗੁਰਬਾਣੀ ਦਾ ਆਦਾਨ ਪ੍ਰਦਾਨ ਹੋ ਰਿਹਾ ਹੈ। ਇਸ ਕੌਤਕ ਨੂੰ ਦੇਖ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੁਝ ਠਠੰਬਰ ਵੀ ਗਏ, ਬਾਹਰ ਖੜੇ ਰਹੇ। ਕੁਝ ਸਮੇਂ ਤੋਂ ਬਾਅਦ ਉਹਨਾਂ ਭਗਤਾਂ ਨੇ ਆਗਿਆ ਮੰਗੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਤੰਬੂ ਦੇ ਬਾਹਰ ਖਲੋਤੇ ਸਨ। ਉਹਨਾਂ ਨੂੰ ਭਗਤਾਂ ਦੇ ਦਰਸ਼ਨ ਵੀ ਹੋਏ ਔਰ ਉਹਨਾਂ ਭਗਤਾਂ ਨੇ ਆਪਣੇ ਨਾਮ ਵੀ ਦੱਸੇ ਕਿ ਮੇਰਾ ਨਾਮ ਭਗਤ ਕਬੀਰ ਹੈ, ਮੇਰਾ ਨਾਮ ਭਗਤ ਨਾਮਦੇਵ ਹੈ, ਮੈਂ ਫਰੀਦ ਹਾਂ। ਇਸ ਤਰ੍ਹਾਂ ਉਹਨਾਂ ਸਾਰੇ ਭਗਤਾਂ ਦਾ ਜ਼ਿਕਰ ਆਇਆ ਹੈ। ਕਹਿਣ ਤੋਂ ਮੁਰਾਦ ਇਹ, ਚਲੋ ਕਿਵੇਂ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਭਗਤ ਆਏ ਔਰ ਉਹਨਾਂ ਦੀ ਬਾਣੀ ਸਤਿਗੁਰੂ ਦੇ ਪਾਸ ਆਈ ਔਰ ਉਸ ਬਾਣੀ ਦੇ ਅੰਦਰ ਜੋ ਉਪਦੇਸ਼ ਹੈ ਉਹ ਵੀ ਇੱਕ ਕਲਿਆਣਕਾਰੀ ਉਪਦੇਸ਼ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਫਰਾਖ ਦਿਲੀ ਸੀ। ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਦੇ ਸਮੇਂ ਤੇ ਇਸ ਉਪਦੇਸ਼ ਨੂੰ ਸਰਬ ਸਾਂਝਾ ਕਰਨ ਦੇ ਲਈ ਤੇ ਸਰਬ ਸਾਂਝੇ ਮਹਾਂਪੁਰਖਾਂ ਦੀ ਬਾਣੀ ਨੂੰ ਇਸ ਦੇ ਵਿੱਚ ਲਿਖਵਾਇਆ ਹੈ। ਜੇਕਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੇਵਲ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਹੀ ਲਿਖਵਾ ਦਿੰਦੇ ਤਾਂ ਕੁਝ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਰਹਿਣਾ ਸੀ। ਇਹ ਬਾਣੀ ਤਾਂ ਕੇਵਲ ਸਿੱਖ ਗੁਰੂਆਂ ਦੀ ਹੈ ਤੇ ਕੇਵਲ ਸਿੱਖਾਂ ਦੇ ਲਈ ਹੈ। ਹੁਣ ਇਸ ਬਾਣੀ ਵਿੱਚ ਹੋਰ ਸਾਰੇ ਭਗਤਾਂ ਦੀ ਬਾਣੀ ਦਰਜ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਹ ਬਾਣੀ ਸਰਬ ਸਾਂਝੀ ਹੈ। ਇਹਦੇ ਵਿੱਚ ਚਾਹੇ ਕੋਈ ਉੱਚੀ ਨੀਵੀਂ ਜਾਤ ਦਾ ਭਗਤ ਸੀ, ਚਾਹੇ ਕਿਸੇ ਸ਼੍ਰੇਣੀ ਦਾ ਕਿਸੇ ਦੇਸ਼ ਕਾਲ ਦੇ ਵਿੱਚ ਪੈਦਾ ਹੋਇਆ ਸੀ, ਪਰ ਜਿਸ ਨੇ ਭਗਤੀ ਕਰਕੇ ਅਕਾਲ ਪੁਰਖ ਵਾਹਿਗੁਰੂ ਤੱਕ ਰਸਾਈ ਹਾਸਲ ਕਰ ਲਈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਨੂੰ ਆਪਣੀ ਬਾਣੀ ਵਿੱਚ ਬਰਾਬਰ ਦਾ ਸਤਿਕਾਰ ਵੀ ਦਿੱਤਾ ਹੈ ਤੇ ਅਸਥਾਨ ਵੀ ਦਿੱਤਾ ਹੈ। ਇਹ ਇੱਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਡੂੰਘਾਈ ਵਾਲੀ ਸੋਚ ਸੀ ਕਿ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਇੱਕ ਮਤ, ਇੱਕ ਧਰਮ ਤੱਕ, ਇੱਕ ਫਿਰਕੇ ਤੱਕ ਸੀਮਤ ਨਹੀਂ ਰੱਖਿਆ, ਬਲਕਿ ਇਸ ਨੂੰ ਸਾਰੀ ਮਨੁੱਖਤਾ ਲਈ ਇੱਕ ਸਾਂਝਾ ਧਰਮ ਗ੍ਰੰਥ ਬਣਾ ਦਿੱਤਾ। ਇਸੇ ਲਈ ਹੁਣ ਜਦੋਂ ਵਿਚਾਰਾਂ ਹੁੰਦੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਸਾਂਝੀ ਵਾਲਤਾ ਦਾ ਹੀ ਇੱਕ ਮਹਾਨ ਤੇ ਸਰਵੋਤਮ ਧਰਮ ਗ੍ਰੰਥ ਮੰਨਿਆ ਜਾ ਰਿਹਾ ਹੈ। ਕੋਈ ਸਮਾਂ ਆਵੇਗਾ ਕਿਸੇ ਵਿਦਵਾਨ ਗੁਰਸਿੱਖ ਨੇ ਇੱਕ ਪੇਸ਼ੀਨ ਗੋਈ ਕੀਤੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਦੋ ਸਵਾਲ ਉੱਭਰ ਰਹੇ ਹਨ ਕਿ ਸਾਰੇ ਧਰਮਾਂ ਵਿੱਚੋਂ ਸਰਵੋਤਮ ਧਰਮ ਕਿਹੜਾ ਹੈ। ਦੂਸਰੇ ਨੰਬਰ ਤੇ ਸਾਰੇ ਧਰਮ ਗ੍ਰੰਥਾਂ ਵਿੱਚੋਂ ਸਰਵੋਤਮ ਧਰਮ ਗ੍ਰੰਥ ਕਿਹੜਾ ਹੈ। ਇਹਦੇ ਬਾਰੇ ਵਿਚਾਰਾਂ ਚੱਲ ਰਹੀਆਂ ਨੇ। ਜਦੋਂ ਇਸ ਦਾ ਕੋਈ ਰਿਜ਼ਲਟ ਨਿਕਲਿਆ ਤਾਂ ਯਕੀਨ ਕਰਨਾ ਇਹ ਮਾਣ ਸਿੱਖ ਧਰਮ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮਿਲੇਗਾ, ਕਿਉਂਕਿ ਸਿੱਖ ਧਰਮ ਬਾਕੀ ਸਾਰੇ ਧਰਮਾਂ ਦੇ ਨਾਲੋਂ ਵਿਲੱਖਣ ਤੇ ਸਰਵੋਤਮ ਧਰਮ ਹੈ। ਇਹਦੇ ਵਿੱਚ ਨਾ ਤਿਆਗਵਾਦ ਲਈ ਕੋਈ ਥਾਂ ਹੈ ਤੇ ਨਾ ਹੀ ਕੇਵਲ ਭੋਗਵਾਦ ਦੇ ਲਈ। ਗੁਰਮਤਿ ਦਾ ਸਿਧਾਂਤ ਹੈ, ਜੈਸੇ ਜਲ ਮੈਂ ਕਵਲ ਨਰਾਲੋਂ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਲਈ ਸਰਵੋਤਮ ਧਰਮ ਗ੍ਰੰਥ ਨੇ ਕਿਉਂਕਿ ਇਹਨਾਂ ਦੇ ਅੰਦਰ ਚਾਹੇ ਕੋਈ ਹਿੰਦੂ ਚਾਹੇ ਮੁਸਲਮ ਮਹਾਂਪੁਰਖ ਸੀ,
ਸਾਰਿਆਂ ਦੀ ਬਾਣੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਦੇ ਵਿੱਚ ਦਰਜ ਕੀਤੀ। ਲਓ ਹੁਣ ਆਪਾਂ ਇਸ ਪਵਿੱਤਰ ਭਗਤ ਬਾਣੀ ਦੀ ਕਥਾ ਆਰੰਭ ਕਰਦੇ ਹਾਂ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਜੀ ਨੂੰ ਮੰਨਿਆ ਗਿਆ ਹੈ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ ਦਰਜ ਕੀਤੀ। ਬਾਕੀ ਤਰਤੀਬ ਨਾਲ ਹੋਰ ਭਗਤਾਂ ਦੀ ਬਾਣੀ ਵੀ ਅੱਗੇ ਦਰਜ ਹੋਈ। ਹੁਣ ਇਸ ਸ਼੍ਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਗਤ ਕਬੀਰ ਜੀ ਦੀ ਬਾਣੀ ਲਿਖਵਾ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਹ ਪ੍ਰਾਪਤ ਹੁੰਦਾ ਹੈ। ਸ਼੍ਰੀ ਰਾਗ ਕਬੀਰ ਜੀਓ ਕਾ। ਹੁਣ ਇਹ ਸ਼੍ਰੀ ਰਾਗ ਦਾ ਨਾਮ ਹੈ ਤੇ ਅੱਗੇ ਕਬੀਰ ਜੀ ਦਾ ਸ਼ਬਦ, ਕਬੀਰ ਜੀ ਦਾ ਉਪਦੇਸ਼ ਆਰੰਭ ਹੋ ਰਿਹਾ ਹੈ। ਏਕ ਸੁਆਨ ਕੈ ਘਰ ਗਾਵਣ। ਇਹ ਜਿਹੜੇ ਅੱਖਰ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਲਿਖਵਾਏ ਹੋਏ ਹਨ। ਪਿੱਛੇ ਸ਼੍ਰੀ ਰਾਗ ਦੇ ਅੰਦਰ 21 ਪੰਨੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਸ਼ਬਦ ਆਇਆ ਹੈ, ਏਕ ਸੁਆਨ ਦੋਏ ਸੁਆਨੀ ਨਾਲ ਭਲਕੇ ਭੌਂਕੈ ਸਦਾ ਬਿਆਲ, ਔਰ ਉਸ ਨੂੰ ਚੌਥੇ ਘਰ ਦੇ ਵਿੱਚ ਗਾਵਿਆ ਸੀ। ਇਹ ਉਸ ਘਰ ਵੱਲ ਇਸ਼ਾਰਾ ਹੈ, ਏਕ ਸੁਆਨ ਕੈ ਘਰ ਗਾਵਣਾ, ਵੀ ਇੱਕ ਸੁਆਨ ਵਾਲੇ ਸ਼ਬਦ ਦੇ ਘਰ ਦੇ ਵਿੱਚ, ਭਾਵ ਚੌਥੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਇਸ ਪਵਿੱਤਰ ਸ਼ਬਦ ਦੀ ਉਥਾਨਕਾ ਸੰਪਰਦਾਇ ਵਿੱਚ ਮਹਾਂਪੁਰਖੇ ਦੱਸਦੇ ਹਨ। ਭਗਤ ਕਬੀਰ ਜੀ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਜਾ ਰਹੇ ਸਨ। ਸੁਬਹ ਦਾ ਵਕਤ ਸੀ ਔਰ ਕਹਿੰਦੇ ਨੇ ਇੱਕ ਕੋਈ ਇਸਤਰੀ ਕੋਠੇ ਉੱਤੇ ਦੁੱਧ ਰੜਕ ਰਹੀ ਸੀ। ਉਹਦੇ ਕੋਲ ਇੱਕ ਛੋਟਾ ਜਿਹਾ ਬੱਚਾ ਵੀ ਖੇਡ ਰਿਹਾ ਸੀ ਔਰ ਉਹ ਇਸਤਰੀ ਉਸ ਬੱਚੇ ਨੂੰ ਖੇਡ ਵਿੱਚ ਪਰਚਾ ਕੇ ਤੇ ਨਾਲ ਦੀ ਨਾਲ ਦੁੱਧ ਰੜਕਣ ਦਾ ਕੰਮ ਵੀ ਕਰ ਰਹੀ ਸੀ। ਉਹ ਖੇਡ ਕੀ ਸੀ? ਉਹਦੇ ਪਾਸ ਇੱਕ ਛੋਟੀ ਜਿਹੀ ਗੇਂਦ ਸੀ, ਇੱਕ ਬਾਲ ਸੀ ਔਰ ਉਹ ਉਸ ਨੂੰ ਰੋੜ ਦਿਆ ਕਰੇ ਤੇ ਬੱਚੇ ਨੂੰ ਆਖਿਆ ਕਰੇ ਜਾਂ ਚੁੱਕ ਕੇ ਲਿਆ। ਹੁਣ ਬੱਚਾ ਗੋਡਿਆਂ ਪਾ ਰਿੜਦਾ ਗੇਂਦ ਨੂੰ ਚੁੱਕਣ ਵਾਸਤੇ ਜਾਂਦਾ। ਉਦੋਂ ਤੱਕ ਉਹ ਆਪਣਾ ਦੁੱਧ ਰੜਕਦੀ ਰਹਿੰਦੀ। ਫਿਰ ਜਦੋਂ ਉਹ ਬੱਚਾ ਗੇਂਦ ਲੈ ਕੇ ਵਾਪਸ ਆਉਂਦਾ, ਫਿਰ ਗੇਂਦ ਰੋੜ ਦਿੰਦੀ। ਇਸ ਤਰ੍ਹਾਂ ਇਹ ਕੌਤਕ ਹੋ ਰਿਹਾ ਸੀ। ਤਾਂ ਉਸ ਵੇਲੇ ਇੱਕ ਵਾਰ ਕਿਤੇ ਗੇਂਦ ਜ਼ੋਰ ਦੀ ਰੁੜ ਗਈ ਤੇ ਉਹ ਹੇਠਾਂ ਜਾ ਡਿੱਗੀ ਤੇ ਹੁਣ ਬੱਚਾ ਵਿਚਾਰਾ ਭੋਲਾ ਭਾਲਾ ਸੀ, ਨਾਦਾਨ ਸੀ। ਉਸ ਗੇਂਦ ਦੇ ਮਗਰ ਰੁੜਿਆ ਜਾਂਦਾ, ਉਹ ਵੀ ਹੇਠਾਂ ਜਾ ਡਿੱਗਿਆ ਤੇ ਉਸ ਦੀ ਮੌਤ ਹੋ ਗਈ। ਭਗਤ ਕਬੀਰ ਜੀ ਨੇ ਜਦੋਂ ਇਹ ਕੌਤਕ ਦੇਖਿਆ ਤਾਂ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਭੁੱਲੜ ਮਨ ਨੂੰ ਸਮਝਾਉਂਦੇ ਹਨ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਰਹਾਉ। ਅਕਾਲ ਪੁਰਖ ਨੂੰ ਸੰਬੋਧਨ ਕਰਕੇ ਧੰਨ ਭਗਤ ਕਬੀਰ ਜੀ ਫਰਮਾਉਂਦੇ ਹਨ, ਐਸਾ ਤੈਂ ਜਗ ਭਰਮ ਲਾਇਆ। ਹੇ ਵਾਹਿਗੁਰੂ, ਤੂੰ ਐਸਾ ਇਸ ਸੰਸਾਰ ਨੂੰ ਭਰਮ ਦੇ ਵਿੱਚ ਲਾ ਦਿੱਤਾ ਹੈ। ਤੂੰ ਸੰਸਾਰ ਨੂੰ ਇੱਕ ਐਸਾ ਭਰਮ ਲਾ ਦਿੱਤਾ ਹੈ, ਇੱਕ ਐਸਾ ਭੁਲੇਖਾ ਲਾ ਦਿੱਤਾ ਹੈ। ਇਸ ਨੂੰ ਜੀਵਨ ਹੀ ਸੱਚਾ ਜਾਪ ਰਿਹਾ ਹੈ, ਮਰਨਾ ਇਸ ਨੂੰ ਭੁੱਲ ਗਿਆ ਹੈ। ਕੈਸੇ ਬੂਝੇ? ਇਸ ਗੱਲ ਨੂੰ ਕਿਵੇਂ ਸਮਝ ਸਕਦਾ ਹੈ ਕਿ ਮਰਨਾ ਸੱਚ ਹੈ, ਜਿਉਣਾ ਝੂਠ ਹੈ। ਜਦ ਮੋਹਿਆ ਹੈ ਮਾਇਆ, ਜਦੋਂ ਇਸ ਨੂੰ ਮਾਇਆ ਨੇ ਮੋਹਿਤ ਕੀਤਾ ਹੋਇਆ। ਮਾਇਆ ਦੇ ਮੋਹ ਦੇ ਵਿੱਚ ਮੂਰਛਿਤ ਹੋ ਕੇ ਆਦਮੀ ਇਸ ਗੱਲ ਨੂੰ ਭੁੱਲ ਗਿਆ ਹੈ ਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਉਹ ਇਸ ਜੀਵਨ ਨੂੰ ਹੀ ਸੱਚਾ ਸਮਝ ਕੇ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੇ
ਸੁਖ ਭੋਗਣ ਦਾ ਯਤਨ ਕਰ ਰਿਹਾ ਹੈ। ਲੋ ਹੁਣ ਭਗਤ ਕਬੀਰ ਜੀ ਉਸ ਮਾਤਾ ਤੇ ਬੱਚੇ ਨੂੰ ਸਾਹਮਣੇ ਦੇਖਦਿਆਂ ਹੋਇਆਂ ਜਿਵੇਂ ਇਹ ਪਾਣਾ ਵਰਤਿਆ ਉਸ ਨੂੰ ਸ਼ਬਦ ਵਿੱਚ ਬਿਆਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। श्री राग कबीर जियो का। एक स्वान कै घर गावना, जन्नी जानत सुत बड़ा होत है। इतना को ना जाने जे दिन दिन अवध घटत है। भगत कबीर जी फरमाउंदे हन, एक बहुत वड्डा भुलेखा है, ऐसा तैं जग भरम लाया, कैसे बूझे जग मोहिया है माया। हर आदमी इस गल नूं समझदा है कि जिउणा सच है ते मरना झूठ है, पर असलीयत कुछ वखरी है। असलीयत ये है मरना सच ते जिउणा झूठ है। पर भगत कबीर जी फरमाउंदे ने, जननी जानत सुत बड़ा होत है। माता ते ये समझदी है मेरा पुत्र वड्डा हो रहा है, इतना क ना जाने। पर भगत कबीर जी कहंदे भी जिहड़ी इन्नी क गल नूं माता नहीं जान सकदी, ये जिहड़ा गुझा भेत है, ये जिहड़ा एक रहस्य है, इनू वो माता नहीं जान सकदी। जे दिन दिन अवध घटत है, बई ये तो दिनों दिन उम्र घटती जा रही है। जिमें जिमें समा लंघ रहा है, बच्चे का शरीर वध रहा है, पर उहदे नाल नाल उम्र भी घटती जा रही है। क्योंकि सतगुरु महाराज दे बचन हन, दिन ते पहर पहर ते घरियां, आव कटै तन छीजै, काल अहेरी फिरह बदक ज्यों, कहो कवन बिद कीजै। जो दिन आवे सो दिन जाही, करना कूच रहन थिर नाही। संग चलत है हम भी चलना, दूर गवन सिर ऊपर मरना। साहिब सतगुरु सच्चे पातशाह ने एक बड़ा सोहना दृष्टांत दिता है। चेतना है तो चेत लै निस दिन में प्राणी, छिन छिन औद बेहात है, फूटा घट ज्यों पानी। जिवें घड़े विच कोई तेड़ आई होवे जां कोई मोरी हो गई होवे, ਉਹਦੇ ਵਿੱਚੋਂ ਹੌਲੀ ਹੌਲੀ ਪਾਣੀ ਬਾਹਰ ਸਿਮਦਾ ਰਹਿੰਦਾ ਹੈ ਤੇ ਇੱਕ ਦਿਨ ਘੜਾ ਖਾਲੀ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਸਰੀਰ ਇਹ ਘੜੇ ਵਾਂਗ ਹੈ, ਇਹਦੇ ਵਿੱਚ ਸਵਾਸਾਂ ਰੂਪੀ ਜਲ ਭਰਿਆ ਹੋਇਆ। ਇਹ ਇੱਕ ਇੱਕ ਸਵਾਸ ਕਰਕੇ ਹਮੇਸ਼ਾ ਲਈ ਇਹ ਪਾਣੀ ਬਾਹਰ ਚੋਂਦਾ ਜਾ ਰਿਹਾ ਹੈ। ਕਿਸੇ ਕਵੀ ਨੇ ਲਿਖਿਆ ਹੈ, ਬੈਸਤ 12 ਚਲਤ 18 ਸੋਬਤ ਚਾਲੈ 30, ਮੈਥਨ ਕਰਤਿਆਂ 64 ਚਾਲੈ ਕਿਉਂ ਨਾ ਭਜੇ ਜਗਦੀਸ਼। ਇਸ ਤਰ੍ਹਾਂ ਸਾਡੀ ਉਮਰ ਦਿਨੋਂ ਦਿਨ ਘਟਦੀ ਜਾ ਰਹੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਵੀ ਮਾਤਾ ਤੇ ਇਹ ਜਾਣਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਸਰੀਰ ਵੱਡਾ ਹੋ ਰਿਹਾ ਹੈ, ਪਰ ਦੂਸਰੇ ਪਾਸੇ ਦਿਨੋਂ ਦਿਨ ਉਮਰ ਘਟਦੀ ਜਾ ਰਹੀ ਹੈ। ਮੋਰ ਮੋਰ ਕਰ ਆਧਿਕ ਲਾਡ ਧਰ, ਪੇਖਤ ਹੀ ਜਮ ਰਾਓ ਹਸੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਜਿਹੜੀ ਮਾਤਾ ਹੈ ਉਹ ਪੁੱਤਰ ਦੀ ਮੋਹ ਮਮਤਾ ਦੇ ਵਿੱਚ ਮੋਰ ਮੋਰ ਕਰ ਉਹਨੂੰ ਕਹਿੰਦੀ ਹੈ ਮੇਰਾ ਪੁੱਤਰ ਹੈ, ਮੇਰਾ ਬੇਟਾ ਹੈ, ਔਰ ਉਸ ਪੁੱਤਰ ਦੀ ਮੋਹ ਮਮਤਾ ਵਿੱਚ ਫਸੀ ਹੋਈ ਮੋਰ ਮੋਰ ਕਰ ਵੀ ਇਹ ਮੇਰਾ ਬੇਟਾ ਹੈ, ਮੇਰਾ ਪੁੱਤਰ ਹੈ। ਅਧਿਕ ਲਾਡ ਧਰ ਤੇ ਬਹੁਤ ਲਾਡ ਪਿਆਰ ਨੂੰ ਧਾਰਨ ਕਰਦੀ ਹੈ। ਪੇਖਤ ਹੀ ਜਮ ਰਾਓ ਹਸੈ, ਪਰ ਮਾਂ ਤੇ ਪੁੱਤਰ ਦੀ ਪਿਆਰ ਦੀ ਖੇਡ ਨੂੰ ਦੇਖ ਕੇ ਜਮਰਾਜ ਹੱਸਦਾ ਹੈ, ਕਿਉਂਕਿ ਉਸ ਨੂੰ ਪਤਾ ਹੈ ਇਸ ਬੱਚੇ ਨੇ ਬਹੁਤਾ ਚਿਰ ਨਹੀਂ ਸੀ ਰਹਿਣਾ। ਮਾਤਾ ਤੇ ਪੁੱਤਰ ਖੇਡ ਰਹੇ ਸਨ
ਤੇ ਪਰ ਜਮਰਾਜ ਵੇਖ ਕੇ ਹੱਸ ਰਿਹਾ ਸੀ। ਇਸੇ ਤਰ੍ਹਾਂ ਇਹ ਤੇ ਇੱਕ ਘਟਨਾ ਵਾਪਰੀ ਨਾ, ਤੇ ਸੰਸਾਰ ਦੇ ਵਿੱਚ ਐਸੀਆਂ ਘਟਨਾਵਾਂ ਗਾਹੇ ਅਵਗਾਹੇ ਵਾਪਰਦੀਆਂ ਵੀ ਰਹਿੰਦੀਆਂ ਨੇ। ਹਰ ਮਾਂ ਜਦੋਂ ਬਾਲ ਛੋਟਾ ਹੁੰਦਾ ਹੈ ਔਰ ਉਸ ਨੂੰ ਬੜਾ ਲਾਡ ਪਿਆਰ ਕਰਦੀ ਹੈ, ਉਹਦੇ ਨਾਲ ਪ੍ਰੇਮ ਦੀਆਂ ਖੇਡਾਂ ਵੀ ਖੇਡਦੀ ਹੈ, ਬੜਾ ਮੋਹ ਪਿਆਰ ਜਤਾਉਂਦੀ ਹੈ, ਪਰ ਵੇਖ ਕੇ ਜਮਰਾਜ ਹੱਸਦਾ ਹੈ ਬਈ ਇਹ ਤੇ ਇਹ ਸਮਝਦੀ ਹੈ ਬਈ ਇਹ ਪੁੱਤਰ ਮੇਰਾ ਹੈ, ਇਹ ਵੱਡਾ ਹੋਵੇਗਾ, ਮੇਰੀ ਸੇਵਾ ਕਰੇਗਾ, ਪਰ ਇਸ ਨੂੰ ਇਹ ਪਤਾ ਹੀ ਨਹੀਂ ਬਈ ਇਹ ਤੇ ਥੋੜੇ ਦਿਨ ਦਾ ਹੀ ਪ੍ਰਾਹੁਣਾ ਹੈ, ਇਹਨੇ ਤੇ ਚਲੇ ਜਾਣਾ ਹੈ। ਇਸ ਗੱਲ ਨੂੰ ਮਾਤਾ ਨਹੀਂ ਜਾਣ ਸਕਦੀ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੁਝੈ ਜਬ ਮੋਹਿਆ ਹੈ ਮਾਇਆ। ਰਹਾਉ। ਭਗਤ ਕਬੀਰ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸਾਂ ਐਸਾ ਸੰਸਾਰ ਨੂੰ ਭਰਮ ਦੇ ਵਿੱਚ ਲਾ ਦਿੱਤਾ ਹੈ, ਭੁਲੇਖੇ ਵਿੱਚ ਪਾ ਦਿੱਤਾ ਹੈ। ਕੈਸੇ ਬੁਝੈ, ਇਸ ਗੱਲ ਨੂੰ ਕਿਵੇਂ ਸਮਝ ਸਕਦਾ ਹੈ ਕਿ ਮਰਨਾ ਸੱਚ ਤੇ ਜਿਉਣਾ ਝੂਠ ਹੈ। ਤੇ ਨਾਲ ਇਹ ਵੀ ਗੱਲ ਸਤਿਗੁਰੂ ਨੇ ਬਾਣੀ ਵਿੱਚ ਲਿਖੀ ਹੈ, ਮੌਤ ਦਾ ਕੋਈ ਸਮਾਂ ਨਿਸ਼ਚਿਤ ਨਹੀਂ। ਅਸੀਂ ਤੇ ਤਕਰੀਬਨ ਹਰ ਵੇਲੇ ਇਹ ਸੋਚ ਕੇ ਚੱਲਦੇ ਹਾਂ ਵੀ ਹਰ ਆਦਮੀ ਬੁੱਢਾ ਹੋ ਕੇ ਮਰਦਾ, ਪਰ ਸਤਿਗੁਰੂ ਕਹਿੰਦੇ ਨਹੀਂ। ਨਹਿ ਬਾਰਕ ਨਹਿ ਜੋਬਨਾ ਨਹਿ ਬਿਰਧੀ ਕਛ ਬੰਦ, ਉਹ ਬੇਰਾ ਨਹਿ ਬੂਝੀਏ ਜੋ ਆਏ ਪਰੈ ਜਾਂ ਫੰਦ। ਇਹ ਕੋਈ ਗਰੰਟੀ ਨਹੀਂ ਕਿ ਅਸੀਂ 100 ਸਾਲ ਦੇ 90 ਸਾਲ ਦੇ ਹੋ ਕੇ ਮਰਨਾ, ਪਹਿਲਾਂ ਵੀ ਸਮਾਂ ਆ ਜਾਂਦਾ। ਕੈਸੇ ਬੁਝੈ, ਇਸ ਗੱਲ ਨੂੰ ਕਿਵੇਂ ਮਨੁੱਖ ਸਮਝ ਸਕਦਾ ਹੈ ਜਦ ਮੋਹਿਆ ਹੈ ਮਾਇਆ, ਜਦੋਂ ਮਾਇਆ ਦਾ ਮੋਹਤ ਕੀਤਾ ਹੋਇਆ, ਇਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗ ਰਿਹਾ। ਰਹਾਉ। ਕਹਿਤ ਕਬੀਰ ਛੋੜ ਬਿਖਿਆ ਰਸ, ਇਤ ਸੰਗਤ ਨਿਹਚਾ ਮਰਣਾ। ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਜਿਹੜੇ ਹੁਣ ਨਾਲ ਦੇ ਸਤਸੰਗੀ ਜਨ ਹਨ, ਉਹਨਾਂ ਨੂੰ ਉਪਦੇਸ਼ ਦਿੰਦੇ ਹਨ। ਕਹਿਤ ਕਬੀਰ ਛੋੜ ਬਿਖਿਆ ਰਸ, ਵੀ ਇਹ ਸਤਸੰਗੀਓ, ਵਿਖਿਆ ਦਾ ਅਰਥ ਹੈ ਜ਼ਹਿਰ। ਮਾਇਆ ਨੂੰ ਤੇ ਵਿਸ਼ਿਆਂ ਨੂੰ ਗੁਰਬਾਣੀ ਵਿੱਚ ਜ਼ਹਿਰ ਲਿਖਿਆ ਹੋਇਆ, ਕਿਉਂਕਿ ਸਾਡੇ ਆਤਮਿਕ ਜੀਵਨ ਲਈ, ਧਾਰਮਿਕ ਜੀਵਨ ਦੇ ਲਈ ਨਸ਼ੇ ਵਿਸ਼ੇ ਸਾਰੀ ਜ਼ਹਿਰ ਹੀ ਨੇ। ਹਜ਼ੂਰ ਕਹਿੰਦੇ ਨੇ, ਕਹਿਤ ਕਬੀਰ ਛੋੜ ਵਿਖਿਆ ਰਸ। ਭਗਤ ਕਬੀਰ ਜੀ ਕਹਿੰਦੇ, ਭਾਈ ਆ ਜਿਹੜੇ ਮਾਇਆ ਦੇ ਰਸ ਨੇ, ਵਿਸ਼ਿਆਂ ਦੇ ਰਸ ਨੇ, ਇਹਨਾਂ ਨੂੰ ਛੱਡ ਦਿਓ। ਇਤ ਸੰਗਤ ਨਿਹਚੋ ਮਰਨਾ, ਇਹਨਾਂ ਦੀ ਸੰਗਤ ਕਰਕੇ ਤਾਂ ਯਕੀਨਨ ਤੌਰ ਤੇ ਮਰਨਾ ਹੀ ਪਵੇਗਾ। ਜਿਹੜਾ ਮਨੁੱਖ ਮਾਇਆ ਦੇ ਰਸਾਂ ਕਸਾਂ ਦੇ ਵਿੱਚ ਲੱਗ ਜਾਂਦਾ ਹੈ, ਜਿਹੜਾ ਮਨੁੱਖ ਹਰਦਮ ਨਸ਼ਿਆਂ ਦੇ ਵਿੱਚ, ਵਿਸ਼ਿਆਂ ਦੇ ਵਿੱਚ ਖਚਿਤ ਹੋ ਜਾਂਦਾ ਹੈ, ਔਰ ਉਹਨੇ ਤੇ ਅਵਸ਼ ਮਰਨਾ ਹੀ ਮਰਨਾ ਹੈ, ਕਿਉਂਕਿ ਜਿਹੜਾ ਆਦਮੀ ਜ਼ਹਿਰ ਖਾਵੇ ਉਹ ਛੇਤੀ ਮਰਦਾ। ਨਸ਼ੇ ਵਿਸ਼ੇ ਜ਼ਹਿਰ ਨੇ। ਜਿਹੜਾ ਆਦਮੀ ਇਹਨਾਂ ਦਾ ਸੇਵਨ ਕਰਦਾ ਹੈ ਵੀ ਉਹ ਤੇ ਯਕੀਨਨ ਆਪਣੀ ਮੌਤ ਨੂੰ ਸੱਦਾ ਦੇ ਰਿਹਾ ਹੈ। ਰਮਈਆ ਜਪਹੁ ਪ੍ਰਾਣੀ, ਅਨੰਤ ਜੀਵਨ ਬਾਣੀ, ਇਨ ਬਿਧ ਭਵ ਸਾਗਰ ਤਰਣਾ। ਭਗਤ ਕਬੀਰ ਜੀ ਫਰਮਾਉਂਦੇ ਨੇ ਕਿ ਇਹ ਪ੍ਰਾਣੀ ਰਮਈਆ ਜਪੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਤੇ ਅਨੰਤ ਜੀਵਨ ਬਾਣੀ। ਜਿਹੜੀ ਅਕਾਲ ਪੁਰਖ ਦੀ ਬਾਣੀ ਹੈ ਉਹ ਅਨੰਤ ਜੀਵਨ ਦੇਣ ਵਾਲੀ ਹੈ। ਅਨੰਤ ਜੀਵਨ ਤੋਂ ਮੁਰਾਦ ਹੈ ਵੀ ਬਹੁਤ ਲੰਬੇਰਾ ਜੀਵਨ, ਆਤਮਿਕ ਜੀਵਨ, ਜਿਸ ਦੀ ਕਦੇ ਮੌਤ ਨਹੀਂ ਹੁੰਦੀ। ਤੁਸੀਂ ਵਾਹਿਗੁਰੂ ਦਾ ਨਾਮ ਜਪੋ ਤੇ ਅਨੰਤ ਜੀਵਨ ਦੇਣ ਵਾਲੀ ਬਾਣੀ ਨਾਲ ਜੁੜੋ। ਇਨ ਬਿਧ ਭਵ ਸਾਗਰ ਤਰਨਾ, ਵੀ ਇਸ ਤਰਕੀਬ ਨਾਲ, ਇਸ ਢੰਗ ਦੇ ਨਾਲ ਸੰਸਾਰ ਸਮੁੰਦਰ ਤੋਂ ਤਰਨਾ ਹੋ ਸਕਦਾ ਹੈ। ਜਾਂ ਤਿਸ ਭਾਵੈ ਤਾਂ ਲਾਗੈ ਭਾਉ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਜਦੋਂ ਉਸ ਮਾਲਕ ਨੂੰ ਭਾ ਜਾਵੇ ਤੇ ਤਾਂ ਹੀ ਨਾਮ ਦੇ ਨਾਲ ਤੇ ਸਤਿਗੁਰੂ ਦੀ ਬਾਣੀ ਦੇ ਨਾਲ ਪ੍ਰੇਮ ਲੱਗਦਾ ਹੈ। ਭਰਮ ਭੁਲਾਵਾ ਵਿੱਚ ਹੋ ਜਾਏ। ਫਿਰ ਜਿਹੜਾ ਉਹ ਭਰਮ ਭੁਲੇਖਾ ਸਾਡੇ ਮਨ ਦੇ ਵਿੱਚ ਪਿਆ ਹੁੰਦਾ ਹੈ ਨਾ, ਐਸਾ ਤਾਂ ਜਗ ਭਰਮ ਲਾਇਆ, ਜਿਹੜਾ ਉਹ ਭਰਮ ਭੁਲੇਖਾ ਸਾਡੇ ਮਨ ਦੇ ਅੰਦਰ ਪਿਆ ਹੁੰਦਾ ਹੈ, ਉਹ ਵਿੱਚੋਂ ਨਿਕਲ ਜਾਂਦਾ ਹੈ। ਜਦੋਂ ਅਸੀਂ ਸਤਿਗੁਰੂ ਦੀ ਬਾਣੀ ਨਾਲ ਜੁੜਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ, ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ,
पूर्व जन्म के मिले संजोगी अंतः को न सहाई। भी सब चीज़ां नाशवंत ने, दृष्टमान है सगल मथेना। यह जग ਧੂਏ ਕਾ ਪਹਾਰ, ਤੈਂ ਸਾਚਾ ਮਾਨਿਆ ਕਿਹ ਵਿਚਾਰ। ਸਤਿਗੁਰੂ ਦੀ ਬਾਣੀ ਇਹਨਾਂ ਗੱਲਾਂ ਦਾ ਖੁਲਾਸਾ ਕਰਦੀ ਹੈ, ਜਿਸ ਨੂੰ ਸੁਣ ਕੇ, ਪੜ੍ਹ ਕੇ, ਵਿਚਾਰ ਕੇ ਸਾਡੇ ਮਨ ਦੇ ਵਿੱਚੋਂ ਭਰਮ ਭੁਲੇਖਾ ਨਿਕਲ ਜਾਂਦਾ ਹੈ ਵੀ ਆਹ ਸੰਸਾਰ ਸੱਚਾ ਹੈ, ਆਹ ਜੀਵਨ ਸੱਚਾ ਹੈ। ਫਿਰ ਅਸਲੀਅਤ ਦਾ ਪਤਾ ਲੱਗਦਾ ਹੈ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਇਹਨਾਂ ਪੰਕਤੀਆਂ ਦਾ ਅਨਵੇਂ ਕਰਕੇ ਅਰਥ ਲੱਗੇਗਾ ਬਈ ਜਦੋਂ ਕੋਈ ਵੀ ਇਨਸਾਨ, ਕੋਈ ਵੀ ਜਿਗਿਆਸੂ ਸਤਸੰਗਤ ਵਿੱਚ ਜਾਂਦਾ ਹੈ, ਨਾਮ ਬਾਣੀ ਦੇ ਨਾਲ ਉਸ ਦਾ ਪਿਆਰ ਲੱਗ ਜਾਂਦਾ ਹੈ, ਤੇ ਫਿਰ ਇਹ ਭਰਮ ਭੁਲੇਖਾ ਮਨ ਦੇ ਵਿੱਚੋਂ ਦੂਰ ਹੁੰਦਾ ਹੈ। ਉਹ ਕਿਵੇਂ? ਹਜ਼ੂਰ ਕਹਿੰਦੇ ਗੁਰ ਪ੍ਰਸਾਦ। ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਗੁਰੂ ਦੀ ਸੰਗਤ ਵਿੱਚ ਚਲਿਆ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਹੁੰਦੀ ਹੈ, ਤੇ ਗੁਰੂ ਦੀ ਮਿਹਰ ਦੁਆਰਾ ਉਪਜੈ ਸਹਿਜ, ਜਿਹੜੀ ਆਤਮਕ ਅਡੋਲ ਅਵਸਥਾ ਉਹ ਪ੍ਰਗਟ ਹੋ ਜਾਂਦੀ ਹੈ। ਗਿਆਨ ਮਤ ਜਾਗੈ, ਤੇ ਜਿਹੜੀ ਬ੍ਰਹਮ ਗਿਆਨ ਵਾਲੀ ਬੁੱਧੀ ਹੈ ਉਹ ਵੀ ਜਾਗ ਪੈਂਦੀ ਹੈ। ਤੇ ਫਿਰ ਇਸ ਦੇ ਨਾਲ ਹੀ ਗੁਰੂ ਦੀ ਕਿਰਪਾ ਦੇ ਨਾਲ ਅੰਤਰ ਲਿਵ ਲੱਗੈ, ਜਿਹੜੀ ਅੰਤਰ ਆਤਮਾ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਵੀ ਲਿਵ ਲੱਗ ਜਾਂਦੀ ਹੈ। ਇਹ ਸਾਰੇ ਗੁਰੂ ਕਿਰਪਾ ਦੇ ਫਲ ਦਰਸਾਏ ਹਨ। ਗੁਰੂ ਦੀ ਕਿਰਪਾ ਦੇ ਨਾਲ ਹੀ ਉਪਜੈ ਸਹਿਜ, ਆਤਮਕ ਅਡੋਲ ਅਵਸਥਾ ਪ੍ਰਾਪਤ ਹੁੰਦੀ ਹੈ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਗਿਆਨ ਵਾਲੀ ਮਤ ਜਾਗਦੀ ਹੈ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਅੰਤਰ ਲਿਵ ਲੱਗੈ, ਜਿਹੜੀ ਅੰਦਰ ਬਿਰਤੀ ਅੰਤਰਮੁਖ ਹੋ ਕੇ ਉਸ ਆਤਮਾ ਬ੍ਰਹਮ ਸਰੂਪ ਦੇ ਵਿੱਚ ਜੁੜ ਜਾਂਦੀ ਹੈ। ਇਤ ਸੰਗਤ ਨਾਹੀ ਮਰਣਾ, ਹੁਕਮ ਪਛਾਣ ਤਾਂ ਖਸਮੈ ਮਿਲਣਾ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਭਾਈ ਇਤ ਸੰਗਤ, ਵੀ ਇਹ ਜਿਹੜੀ ਸੰਗਤ ਹੈ, ਭਾਵ ਗੁਰੂ ਦੀ ਸੰਗਤ ਹੈ, ਮਹਾਂਪੁਰਖਾਂ ਦੀ ਸੰਗਤ ਹੈ, ਇਸ ਸੰਗਤ ਦੇ ਵਿੱਚ ਜਾ ਕੇ ਨਹੀਂ ਮਰਨਾ, ਫਿਰ ਇਹ ਮਰਨਾ ਨਸੀਬ ਨਹੀਂ ਹੁੰਦਾ। ਪਿੱਛੇ ਆਖਿਆ ਸੀ ਨਾ, ਇਤ ਸੰਗਤ ਨਿਹਚੋ ਮਰਨਾ, ਵੀ ਜਿਹੜੀ ਮਾਇਆ ਦੀ ਸੰਗਤ ਹੈ, ਵਿਸ਼ਿਆਂ ਦੀ ਸੰਗਤ ਹੈ, ਵੀ ਉਹਦੇ ਵਿੱਚ ਜਾ ਕੇ ਤਾਂ ਯਕੀਨਨ ਤੌਰ ਤੇ ਮਰਨਾ ਪੈਂਦਾ। ਪਰ ਉਹਦੇ ਮੁਕਾਬਲੇ ਤੇ ਹਜ਼ੂਰ ਕਹਿੰਦੇ, ਜਦੋਂ ਗੁਰੂ ਦੀ ਸੰਗਤ ਵਿੱਚ ਆ ਗਏ, ਨਾਮ ਦੇ ਨਾਲ ਜੁੜ ਗਏ, ਬਾਣੀ ਦੀ ਸੰਗਤ ਵਿੱਚ ਆ ਗਏ, ਇਸ ਸੰਗਤ ਦੇ ਵਿੱਚ ਜੁੜ ਕੇ ਫਿਰ ਤੁਹਾਨੂੰ ਮਰਨਾ ਨਹੀਂ ਪਵੇਗਾ। ਤੇ ਫਿਰ ਕੀ ਹੋਵੇਗਾ? ਹੁਕਮ ਪਛਾਣ ਤਾਂ ਖਸਮੈ ਮਿਲਣਾ। ਬਈ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਕੇ ਜਦੋਂ ਅੰਤ ਦਾ ਸਮਾਂ ਆਇਆ, ਤੇ ਤੁਸੀਂ ਆਪਣੇ ਸਰੀਰ ਨੂੰ ਛੱਡ ਕੇ ਜਾ ਕੇ ਉਸ ਪਰਮਾਤਮਾ ਨੂੰ ਮਿਲ ਜਾਓਗੇ। ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਜਦੋਂ ਵੀ ਵਾਹਿਗੁਰੂ ਦੇ ਪਿਆਰੇ ਸਰੀਰ ਨੂੰ ਛੱਡਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਜਾ ਕੇ ਪਹੁੰਚ ਜਾਂਦੇ ਨੇ।